ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਬੂਰਤ ਹੈ ਜਗਿਆਇਓ। ਲੋਕ ਸੁਨਿਓ ਪਰ ਲੋਕ ਸੁਨਿਓ ਬਿਦ, ਲੋਕ ਸੁਨਿਓ ਹਰ ਦਰਸ਼ਨ ਪਾਇਓ। ਏਕ ਓੰਕਾਰ ਵਾਹਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋ, ਵਿਘਨ ਵਿਨਾਸ਼ਨ ਸਭ ਦੁਖ ਨਾਸ਼ਨ। ਸਤਿਗੁਰ ਨਾਮ ਦਿਰੜਾਇਆ, ਕੋਈ ਪਾਪ ਪਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ। तुमरी शरण तुम्हारी आशा, तुम ही सज्जन सुने।
ਤੁਮਰੀ ਸਜਣ ਸੁਹੇਲੇ ਆਖੋ ਰਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਤੂੰ ਤਾਂ ਕਿਹੜਿਆਂ ਰੰਗਾਂ ਵਿੱਚ ਖੇਡਦਾ ਮੈਂ ਕੀ ਜਾਣਾ ਤੇਰੀ ਸਾਰ
गुरु जी की सजी और निवाजी हुई। गुरु रूप गुरु खालसा साध संगत जीओ, आओ जी जितने भी भाई भाई दूर नेड़े तो चल करके सतगुरु जी के पावन पवित्र सचखंड दरबार दीयां हाजरियां पा रहे हो। धन साहिब सतगुरु साहिब श्री गुरु ग्रंथ साहिब महाराज जी ने महान कृपा रहमत बख्शिश की है। गुरुपुरा दिन सिमरिया सही पे निहाल, नानक नाम आराधना कार्य आवे रास रास। जे कोई सच्चे पातशाह की भावना रखे ना, देर तो है हनेर नहीं। दातां विच देरी जरूर हो सकती है, पर यह जिहड़ी दात मिले ना, पर मारे कहते दात लैण वालियां नूं बड़े बड़े सिर की लोड़ है। सब तो वड्डी गल है भरोसा, यकीन, विश्वास। इतिहास गवाह है भगत धन्ना जी ने पत्थर ते विश्वास किया। सालग्राम सी भगत तरलोचन ने दे दिता, खैड़ा छड़ाउण वास्ते। सीधा साधा जट सी, जिमीदार सी, नहीं सी पता, पर ऐसी भावना कहते मन नूं टिका के मन नूं धर लिया उस पत्थर दे विच। इहदे विचों ही परमेश्वर आउणगे, इहदे राहीं लंगर छकणगे, भोग लगाउणगे। जो भी मैं सी प्रसाद तैयार किया है, महाराज की बाणी के विच ही शब्द आउंदा है, ਇਹ ਬਿਨ ਸੁਣ ਕੇ ਜੱਟ ਲੋਕ ਭਗਤੀ ਲਾਗਾ, ਮਿਲੇ ਪ੍ਰਤੱਖ ਤੁਸਈਆਂ ਧੰਨਾ ਵਡ ਭਾਗਾ। ਪ੍ਰਤੱਖ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ। ਤੇ ਭਗਤ ਧੰਨਾ ਜੀ ਆਪਣੀ ਰਸਨਾ ਤੋਂ ਸ਼ਬਦ ਉਚਾਰਦੇ ਨੇ ਬਾਣੀ ਦਾ, ਕਹਿੰਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ, तिनके काज सवारता। ये सच्चे पातशाह जेड़े भी जन जग्यासु गुरमुख प्यारे तेरी भगती करते हैं, उन्होंने दे कारज को जरूर सवारदा है। आखो जी सतनाम श्री वाहिगुरू जी। पर लोड़ है भावना दी, लोड़ है शरदा दी। शरदा वड्डी हुंदी है। साडी श्रद्धा साडी भावना गुरु के चरणों विच अरदास के रूप में होनी चाहिए है। अरदास से सानू इतना भरोसा, इतनी टेक होनी चाहिए है।
ਸੁਣਦੇ ਨੇ, ਪਰ ਕਈ ਵਾਰੀ ਸਾਡਾ ਮਨ ਡੋਲ ਜਾਂਦਾ ਹੈ, ਆਹ ਗੱਲ ਪੂਰੀ ਹੋਵੇਗੀ ਜਾਂ ਨਹੀਂ ਪੂਰੀ ਹੋਵੇਗੀ, ਪਤਾ ਨਹੀਂ ਇੰਝ ਹੋਵੇਗਾ ਜਾਂ ਨਹੀਂ ਹੋਵੇਗਾ। ਹੁਣੇ ਹੁਣੇ ਮਹਾਰਾਜ ਦੀ ਬਾਣੀ ਦਾ ਸ਼ਬਦ ਸੁਣਿਆ ਹੈ, ਜਿਹੜੀ ਗੱਲ ਰੱਬ ਨੂੰ ਚੰਗੀ ਲੱਗਦੀ ਹੈ, ਪਰਮੇਸ਼ਰ ਨੂੰ ਚੰਗੀ ਲੱਗਦੀ ਹੈ, ਸਾਧ ਸੰਗਤ ਹੁੰਦੀ ਉਹ ਹੈ। ਜੋ ਤੁਧ ਭਾਵੈ ਸਾਈਂ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੱਚੇ ਪਾਤਸ਼ਾਹ ਜਿਹੜੀ ਗੱਲ ਤੈਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ, ਜਿਹੜਾ ਹੁਕਮ ਤੈਨੂੰ ਚੰਗਾ ਲੱਗਦਾ ਹੈ, ਉਹੀ ਹੁਕਮ ਤੂੰ ਸੰਸਾਰ ਤੇ ਚਲਾਉਣਾ ਹੈ। ਤੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਦੇ ਹੁਕਮ ਵਿੱਚ ਚੱਲ ਰਿਹਾ ਹੈ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਜਿਹੜੇ ਬਾਹਰ ਹੁਕਮ ਤੋਂ ਹੋਏ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਗਤ ਨੂੰ ਜਾਣਿਆ ਨਹੀਂ, ਉਹਦੇ ਬਲ ਨੂੰ ਜਾਣਿਆ ਨਹੀਂ, ਮਹਾਰਾਜ ਕਹਿੰਦੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਰਮੇਸ਼ਰ ਨੇ ਫਿਰ ਉਹਨਾਂ ਵੱਲ ਆਪਣਾ ਮੂੰਹ ਨਹੀਂ ਕੀਤਾ। ਅਕਾਲ ਪੁਰਖ ਨੇ ਉਹਨਾਂ ਵੱਲ ਆਪਣਾ ਮੁਖ ਨਹੀਂ ਕੀਤਾ, ਪਿੱਠ ਦੇ ਦਿੱਤੀ ਉਹਨਾਂ ਨੂੰ। ਮੁਖ ਕਿਹਨਾਂ ਵੱਲ ਕੀਤਾ ਹੈ? ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦੇ ਭੈ ਨੂੰ, ਉਹਦੇ ਹੁਕਮ ਨੂੰ ਜਾਣਨਾ ਕੀਤਾ ਹੈ, ਉਹਦੀ ਰਜ਼ਾ ਵਿੱਚ ਰਾਜੀ ਰਹੇ ਨੇ। ਆਪਾਂ ਸ਼ਲੋਕ ਸਾਰੇ ਪੜ੍ਹਦੇ ਰਹਿੰਦੇ ਹਾਂ, ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ। ਦੇਖੋ ਪਾਉਣ ਹਵਾ ਵੀ ਉਹਦੇ ਹੁਕਮ ਵਿੱਚ ਚੱਲਦੀ ਹੈ। ਜਦੋਂ ਦਾ ਹੁਕਮ ਹੁੰਦਾ ਤੇਜ਼ ਤੂਫਾਨ ਹਨੇਰੀਆਂ ਦੇ ਰੂਪ ਵਿੱਚ ਆ ਜਾਂਦੇ, ਉਦਾਂ ਨਹੀਂ ਨਾ ਹੁੰਦੇ। ਜਦੋਂ ਦਾ ਹੁਕਮ ਹੁੰਦਾ ਹੈ ਪਰਲੋ ਵੀ ਆ ਜਾਂਦੀ ਹੈ, ਮਹਾ ਪਰਲੋ ਵੀ ਆ ਜਾਂਦੀ ਹੈ, ਨਿਤ ਪਰਲੋ ਵੀ ਪਰਮੇਸ਼ਰ ਲਿਆ ਸਕਦਾ, ਰੋਜ਼ ਰੋਜ਼ ਪਰਲੋ ਆ ਸਕਦੀ ਸੰਸਾਰ ਤੇ। ਪਰ ਜਦੋਂ ਉਹਦਾ ਹੁਕਮ ਹੁੰਦਾ ਹੈ, ਪਾਵਨ ਗੁਰੂ ਪਾਣੀ ਪਿਤਾ, ਪਾਣੀ ਵੀ ਉਹਦੇ ਹੁਕਮ ਵਿੱਚ ਹੈ ਨਾ। ਆਪਾਂ ਪਿਤਾ ਦਾ ਖਿਤਾਬ ਬਖਸ਼ਿਆ ਪਾਣੀ ਨੂੰ। ਪਹਿਲਾ ਪਾਣੀ ਜੀਓ ਹੈ, ਸੰਸਾਰ ਵਿੱਚ ਜਿਉਂਦੇ ਆ, ਪਾਣੀ ਦਾ ਆਸਰਾ ਹੈ ਸਾਡੇ ਜੀਵਨ। ਮਾਤਾ ਧਰਤ ਮਹਤ, ਮਾਤਾ ਰੂਪੀ ਧਰਤੀ। ਵੈਸੇ ਮਨੁੱਖ ਦੀਆਂ 5 ਮਾਵਾਂ ਨੇ, ਇਹਨਾਂ ਵਿੱਚੋਂ ਇੱਕ ਮਾਂ ਧਰਤੀ ਵੀ ਹੈ, ਸਾਡੀ ਭੂਮੀ ਵੀ ਹੈ ਮਾਂ। ਸਾਡਾ ਲਗਾਅ ਇਸ ਭੂਮੀ ਦੇ ਨਾਲ, ਕਿਉਂਕਿ ਇਸ ਭੂਮੀ ਤੇ ਸਾਡਾ ਜਨਮ ਹੋਇਆ, ਇਸ ਭੂਮੀ ਤੇ ਅਸੀਂ ਪੈਰ ਟਿਕਾਉਂਦੇ ਆ, ਇਸ ਭੂਮੀ ਦੀ ਗੋਦ ਵਿੱਚ ਆ ਸਾਰੇ ਸੌਂਦੇ ਨੇ। ਦਿਵਸ ਰਾਤ ਦੋਇ ਦਾਈ ਦਾਇਆ। ਦਿਵਸ ਕਹਿੰਦੇ ਦਿਨ ਨੂੰ, ਰਾਤ ਕਹਿੰਦੇ ਰਾਤਰੀ ਨੂੰ। ਇਹ ਦੋਵੇਂ ਦਾਈ ਤੇ ਦਾਇਆ ਦਾ ਕਾਰਜ ਕਰਦੇ ਨੇ। ਜਿਵੇਂ ਰਾਜੇ ਲੋਕ ਮਹਾਰਾਜੇ ਲੋਕ ਆਪਣੇ ਮਹਿਲਾਂ ਦੇ ਵਿੱਚ ਆਪਣੇ ਰਾਜਕੁਮਾਰਾਂ ਨੂੰ, ਬੱਚਿਆਂ ਨੂੰ ਖਿਡਾਉਣ ਵਾਸਤੇ ਇੱਕ ਦਾਈ ਰੱਖਦੇ ਸਨ, ਜਿਹੜੀ ਬੱਚੇ ਨੂੰ ਖਿਡਾਵੇ ਪਾਵੇ। ਇੱਕ ਦਾਇਆ ਰੱਖਦੇ ਸੀ, ਜਿਹੜਾ ਹਰ ਸਮੇਂ ਮੋਢੇ ਚੁੱਕ ਕੇ ਰੱਖੇ, ਲਾਡ ਲਡਾਵੇ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਵੀ ਦਿਵਸ ਰਾਤ ਦੋਏ ਦਾਈ ਦਾਇਆ। ਇਹਦੇ ਵਿੱਚ ਸਾਰਾ ਸੰਸਾਰ ਹੀ ਖੇਡ ਰਿਹਾ। ਇਹ ਦਾਇਆ ਤੇ ਦਾਈ ਦਾ ਕਾਰਜ ਕਰ ਰਹੇ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ। ਸੰਸਾਰ ਦੇ ਲੋਕ ਕੁਝ ਚੰਗੇ ਕਰਮ ਕਰੀ ਜਾਂਦੇ ਨੇ, ਕੁਝ ਬੁਰਾਈਆਂ ਕਰੀ ਜਾਂਦੇ ਨੇ, ਮਾੜੇ ਕੰਮ ਕਰੀ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਯਾਦ ਰੱਖਿਓ, ਵਾਚੈ ਧਰਮ, ਵਾਚੇ ਜਾਣਗੇ ਜ਼ਰੂਰ ਕਿੱਥੇ? ਪ੍ਰਭੂ ਦੀ ਦਰਗਾਹ ਵਿੱਚ, ਪਰਮੇਸ਼ਰ ਦੇ ਘਰ ਵਿੱਚ। ਲਿਖਾ ਰੱਬ ਮੰਗੇਸੀਆ ਬੈਠਾ ਕੱਢ ਨਹੀਂ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ। ਲਿਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਜਿਸ ਕਾਰਜ ਵਾਸਤੇ ਤੂੰ ਆਇਆ ਉਹ ਕਾਰਜ ਕਰ। ਤੇਰੇ ਜੀਵਨ ਦਾ ਮਨੋਰਥ ਕੁਝ ਹੋਰ ਹੈ। ਸੰਸਾਰ ਵਿੱਚ ਆਉਣ ਦਾ, ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ, ਉਹਦੀ ਰਜ਼ਾ ਵਿੱਚ ਰਾਜੀ ਰਹਿ ਕੇ, ਸੰਸਾਰ ਦੇ ਅੰਦਰ ਜਿਤਨੇ ਪਰਮੇਸ਼ਰ ਨੇ ਜ਼ਿੰਦਗੀ ਦੇ ਸਵਾਸ ਬਖਸ਼ੇ ਹੋਏ ਨੇ, ਉਹਨਾਂ ਸਵਾਸਾਂ ਦੁਆਰਾ ਵਾਹਿਗੁਰੂ ਦਾ ਸ਼ੁਕਰਾਨ ਕਰ, ਭਜਨ ਕਰ। ਇੱਕ ਇੱਕ ਸਾਹ ਤੇਰਾ
ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋ ਜਾਏਗਾ, ਫਿਰ ਪਰਮੇਸ਼ਰ ਨੂੰ ਤੂੰ ਭਾ ਜਾਏਗਾ, ਭਾਵ ਚੰਗਾ ਲੱਗੇਗਾ। ਤੇ ਨਾਮ ਦੀ ਗੱਲ ਮਾਰੇ ਕਹਿੰਦੇ ਜਿਨੀ ਨਾਮ ਧਿਆਇਆ ਗਏ ਸੰਪਤ ਘਾਲ, ਜੀਵਨ ਰੂਪੀ ਘਾਲਣਾ ਜਿਨ੍ਹਾਂ ਨੇ ਨਾਮ ਦੁਆਰਾ ਜਪ ਕੇ ਕਰ ਲਿਆ, ਮਾਰੇ ਕਹਿੰਦੇ ਉਹਨਾਂ ਦਾ ਆਇਆ ਹੋਇਆ ਸਫਲ ਹੋ ਗਿਆ। ਜੀਵਨ ਰੂਪੀ ਘਾਲ ਕਮਾਈ ਸੰਸਾਰ ਵਿੱਚੋਂ ਕਰਕੇ ਗਏ, ਨਾਨਕ ਤੇ ਮੁਖ ਉਜਲੇ ਖੇਤੀ ਇੱਥੇ ਖਾਣ ਦੀ ਕਹਿੰਦੇ ਜਿਵੇਂ ਸਕੂਲ ਵਿੱਚ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ, ਕਲਾਸ ਖਤਮ ਹੋ ਜਾਂਦੀ ਹੈ, ਛੁੱਟੀ ਹੁੰਦੀ ਹੈ, ਫਿਰ ਕੋਈ ਅਟੈਚਮੈਂਟ ਨਹੀਂ ਰਹਿ ਜਾਂਦੀ ਵੀ ਦੁਬਾਰਾ ਛੁੱਟੀ ਤੋਂ ਬਾਅਦ ਵੀ ਕਲਾਸ ਵਿੱਚ ਜਾਣਾ ਪਵੇਗਾ ਜਾਂ ਦੁਬਾਰਾ ਉਸੇ ਤਰ੍ਹਾਂ ਸਾਰੀ ਪੜ੍ਹਾਈ ਹੋਵੇਗੀ। ਨਹੀਂ, ਉਹ ਤੇ ਦੂਜੇ ਦਿਨ ਦੀ ਗੱਲ ਹੈ ਨਾ, ਸਕੂਲ ਜਾਣਾ ਇੱਕ ਵਾਰੀ ਛੁੱਟੀ ਹੋਊਗੀ, ਦੁਬਾਰਾ ਵਾਰ-ਵਾਰ ਛੁੱਟੀ ਨਹੀਂ ਹੋਵੇਗੀ, ਵਾਰ-ਵਾਰ ਬੰਦ ਕਲਾਸੀ ਵੀ ਨਹੀਂ ਹੋਵੇਗੀ। ਇਹ ਮਹਾਰਾਜ ਕਹਿੰਦੇ ਜੇ ਭਜਨ ਕਰੇਗਾ ਤੇ ਮਹਾਰਾਜ ਕਹਿੰਦੇ ਬਿਨਾਂ ਹਰ ਭਜਨ ਨਾਹੀ ਛੁਟਕਾਰਾ, ਭਜਨ ਕਰੇਗਾ ਛੁੱਟ ਜਾਵੇਗਾ, ਛੁੱਟੀ ਹੋ ਜਾਏਗੀ, ਆ ਜੀਵਨ ਰੂਪੀ ਯਾਤਰਾ ਤੋਂ ਛੁੱਟੀ ਹੋ ਜਾਵੇਗੀ। ਨਹੀਂ ਨਾਮ ਜਪੇਗਾ ਤਾਂ ਨਾਨਕ ਤਤ ਵਿਚਾਰਾ, ਮਹਾਰਾਜ ਕਹਿੰਦੇ ਅਸੀਂ ਤਤ ਕੱਢ ਕੇ ਵੇਖਿਆ ਏ, ਫਿਰ ਛੁਟਕਾਰਾ ਨਹੀਂ ਹੋਵੇਗਾ, ਆਉਂਦਾ ਰਹੇਗਾ ਜਾਂਦਾ ਰਹੇਗਾ, ਆਵਾਗਮਨ ਦਾ ਚੱਕਰ ਇਖਤਿਆਰ ਹੈ, ਇਹ ਛੁੱਟਿਆ ਨਹੀਂ ਜਾਣਾ ਹੈ, ਬੰਨਿਆ ਹੀ ਰਹਿ ਜਾਵੇਗਾ। ਮੋਹ ਰੂਪੀ ਸੰਸਾਰ ਦੇ ਅੰਦਰ ਨਖਿਤ ਦੁਨੀਆ ਵਿੱਚ ਵਾਸ ਹੋਵੇਗਾ, ਤੇਰੀ ਆਤਮਾ ਮਹਾਰਾਜ ਕਹਿੰਦੇ ਫਿਰ ਜਿਤਨੀਆਂ ਸੰਸਾਰ ਦੀਆਂ ਭੈੜੀਆਂ ਜੁਨੀਆਂ ਨੇ ਉਹਨਾਂ ਵਿੱਚ ਘਿਰ ਕੇ ਰਹਿ ਗਈ। ਕਦੀ ਕੀੜੇ ਮਕੌੜੇ ਪਤੰਗੇ ਕੀਟ ਹਸਤਾਈ ਨਿਆਈ ਬਣੇ, ਛੁਟਕਾਰਾ ਨਹੀਂ ਹੋਵੇਗਾ। ਛੁਟਕਾਰਾ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਦੁਆਰਾ ਹੋਣਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਸੋ ਨਾਮ ਦੀ ਮਹਿਮਾ ਮਹਾਰਾਜ ਦੇ ਰੱਬ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਸਦੀ ਹੈ। ਇਸ ਮਹਿਮਾ ਨੂੰ ਸੁਣ ਆਪਣੇ ਹਿਰਦੇ ਅੰਦਰ ਵਸਾ, ਬਾਣੀ ਦਾ ਇਹੋ ਫੈਸਲਾ ਹੈ। ਨਾਮ ਜਪ ਲੈ ਜਿੱਦੇ ਨੀ ਆਇਓ ਕਰਕੇ
ਸੱਚ ਨਾਉ। ਅੰਮ੍ਰਿਤ ਵੇਲੇ ਉੱਠ ਰੱਬ ਦਾ ਸੱਚਾ ਨਾਮ ਜਪਣਾ ਕਰ। ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਭੋਗ। ਦਰਗਾਹ ਦੇ ਦਵਾਰ ਦਰਵਾਜ਼ੇ ਖੁੱਲ ਜਾਣਗੇ। ਜੇ ਤੂੰ ਨਾਮ ਜਪੇਗਾ ਤੇਰੇ ਲਈ ਕੋਈ ਆਉਣਾ ਜਾਣਾ ਜਿਹੜਾ ਹੈ ਪ੍ਰਭੂ ਦੀ ਦਰਗਾਹ ਵਿੱਚ ਔਖਾ ਨਹੀਂ ਹੋਵੇਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਜੈਦਾਰ ਆਪ ਜਾਤ ਕੋ ਹਟ ਕੇ ਨਹੀਂ ਕੋਏ। ਕਹਿੰਦੇ ਜਦੋਂ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਹੁਣ ਵੀ ਰੋਕਦਾ ਨਹੀਂ ਹੈ। ਜਦੋਂ ਮਰਜੀ ਸੁਰਤੀ ਨੂੰ ਸ਼ਬਦ ਨਾਲ ਜੋੜੀਏ ਕਹਿੰਦੇ ਪ੍ਰਭੂ ਦੀ ਦਰਗਾਹ ਤੱਕ ਪਹੁੰਚ ਜਾਂਦਾ ਹੈ। ਆਉਣਾ ਜਾਣਾ ਕੋਈ ਰੋਕ ਟੋਕ ਨਹੀਂ ਹੋਵੇਗੀ। ਸੋ ਦਰ ਕੈਸੀ ਛੋੜੀਏ ਜੋ ਦਰ ਐਸਾ। ਕਿ ਕਿਵੇਂ ਛੱਡਿਆ ਜਾਵੇ ਜਦੋਂ ਦਾਰੀ ਐਸਾ ਹੈ, ਪਰਮੇਸ਼ਰ ਦਾ ਘਰ ਹੀ ਐਸਾ ਹੈ। ਉੱਥੇ ਫਿਰ ਰੋਕ ਨਹੀਂ, ਰੋਕਿਆ ਨਹੀਂ ਜਾਵੇਗਾ, ਟੋਕਿਆ ਨਹੀਂ ਜਾਵੇਗਾ। ਸੁਰਤੀ ਜਿਹੜੀ ਹੈ ਸ਼ਬਦ ਦੀ ਸਵਾਰੀ ਉਸੇ ਸਮੇਂ ਤੈਅ ਕਰਨਾ ਸ਼ੁਰੂ ਕਰ ਦੇਵੇਗੀ। ਪਰ ਅਭਿਆਸ ਸਾਧਨਾ ਲੋੜ ਹੈ ਨਾਮ ਜਪਣ ਦੀ, ਲੋੜ ਹੈ ਮਨ ਦੀ ਇਕਾਗਰਤਾ ਦੀ, ਲੋੜ ਹੈ ਸਾਧ ਸੰਗਤ ਚਿੱਤ ਨੂੰ ਟਿਕਾਣੇ ਲਿਆਉਣ ਦੀ। ਜਿਨ੍ਹਾਂ ਦੇ ਚਿੱਤ ਟਿਕਾਣੇ ਆ ਗਏ, ਮਨ ਟਿਕ ਗਏ, ਅਸਲੀ ਲਕਸ਼ ਤੱਕ ਪਹੁੰਚ ਜਾਂਦੇ ਹਨ, ਮੰਜ਼ਿਲੇ ਮਕਸੂਦ ਨਾਲ ਪ੍ਰਾਪਤੀ ਹੋ ਜਾਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਚੱਲਣਾ ਸਿੱਖ, ਇਹਨਾਂ ਹੱਥਾਂ ਦੁਆਰਾ ਸੇਵਾ ਕਰਨੀ ਸਿੱਖ, ਪੈਰਾਂ ਦੁਆਰਾ ਸਤਸੰਗਤ ਵਿੱਚ ਜਾਣਾ ਸਿੱਖ, ਕੰਨਾਂ ਦੁਆਰਾ ਸੁਣਨਾ ਸਿੱਖ, ਨੇਤਰ ਬਖਸ਼ੇ ਨੇ ਗੁਰੂ ਦਾ ਦਰਸ਼ਨ ਕਰਨਾ, ਰਸਨਾ ਨਾਲ ਨਾਮ ਜਪਣਾ ਸਿੱਖ। ਇਹ ਤੇਰਾ ਆਉਣਾ, ਤੇਰੇ ਇਹ ਸਰੀਰ ਦੀ ਜੀਵਨ ਯਾਤਰਾ ਜਿਹੜਾ ਇਹ ਸਫਲੀ ਹੋਵੇਗੀ। ਅਸਲ ਟਿਕਾਣਾ ਮੰਜ਼ਿਲੇ ਮਕਸੂਦ ਤੈਨੂੰ ਪ੍ਰਾਪਤ ਹੋ ਜਾਵੇਗੀ ਜਿਸ ਮਨੋਰਥ ਵਾਸਤੇ ਸੰਸਾਰ ਵਿੱਚ ਤੂੰ ਆਇਆ ਹੈ। ਸਾਚੇ ਸਾਹਿਬਾਂ ਕਿਹਾ ਨਹੀਂ ਹੈ ਸਾਰਾ ਕੁਝ ਹੀ ਹੈ। ਪਰ ਮਾਰੇ ਕਹਿੰਦੇ ਜਿਨ੍ਹਾਂ ਕਾਲ ਕਮਾਈ ਕੀਤੀ, ਜਿਨੀ ਨਾਮ ਤੇ ਆਇਆ ਹੈ, ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਸਾਚੇ ਸਾਹਿਬਾਂ ਕਿਆ ਨਹੀਂ ਕਰ ਸਾਹਿਬਾਂ
ਮਿਲਿਆ ਏ ਮੈਨੂੰ ਤਾਂ ਕਹਿੰਦਾ, ਸਾਰਾ ਕੁਝ ਹੀ ਮਿਲਿਆ ਏ। ਮਿਲਿਆ ਕਿਵੇਂ ਆ? ਕਿਉਂਕਿ ਸੇਵਾ ਤੇ ਸਿਮਰਨ ਕੀਤਾ, ਬਾਣੀ ਪੜ੍ਹੀ ਹੈ, ਨਾਮ ਜਪਿਆ ਹੈ, ਸੇਵਾ ਕੀਤੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ, ਤਾਂ ਸਾਰਾ ਕੁਝ ਮਿਲਿਆ। ਇਹ ਸਤਿਗੁਰੂ ਮਹਾਰਾਜ ਖੁਸ਼ ਹੋ ਗਏ। ਗੁਰੂ ਜੀ ਨੇ ਬਖਸ਼ਿਸ਼ਾਂ ਦੇ ਭੰਡਾਰੇ ਖੋਲ ਦਿੱਤੇ। ਖਾਵੋ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵੱਧੋ ਜਾਏ। ਐਸੀਆਂ ਬਖਸ਼ਿਸ਼ਾਂ ਬਾਬਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੇਰੇ ਤੇ ਕੀਤੀਆਂ ਨੇ ਸੱਚੇ ਪਾਤਸ਼ਾਹ ਨੇ। ਸੋ ਹਰ ਦੀਆਂ ਕਥਾ ਕਹਾਣੀਆਂ ਗੁਰੂ ਗੀਤ ਸੁਣਾਈਆਂ, ਰੱਬ ਦੇ ਪਿਆਰਿਆਂ ਦੀਆਂ ਕਹਾਣੀਆਂ। ਸਾਧ ਸੰਗਤ ਉਹਨਾਂ ਦੀ ਕਥਾ ਸਭ ਦੀ ਉਤਮ ਹਾਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਵਾਰ ਇਹਨਾਂ ਦੇ ਸਾਰਿਆਂ ਤੋਂ ਉਤਮ ਜਿਹੜੀ ਹੈ, ਸ੍ਰੇਸ਼ਟ ਜਿਹੜੀ ਹੈ, ਉਹ ਹਰੀ ਦੀ ਕਥਾ ਹੈ, ਰੱਬ ਦੇ ਪਿਆਰਿਆਂ ਦੀ ਕਥਾ ਹੈ, ਜਿਨ੍ਹਾਂ ਨੇ ਸਿਮਰਨ ਕੀਤਾ। ਭਗਤ ਕਬੀਰ ਸਾਹਿਬ ਨੇ ਸਿਮਰਨ ਕੀਤਾ। ਅੱਜ ਉਹਨਾਂ ਰਾਜਿਆਂ ਨੂੰ ਕੋਈ ਨਹੀਂ ਜਾਣਦਾ, ਭਗਤ ਕਬੀਰ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ। ਭਗਤ ਨਾਮਦੇਵ ਜੀ ਨੇ ਸਿਮਰਨ ਕੀਤਾ। ਅੱਜ ਦੀ ਗਰੀਬੀ ਹੈ, ਪਰ ਸਾਧ ਸੰਗਤ ਬਾਣੀ ਕਹਿੰਦੀ ਜਿਉਂ ਜਿਉਂ ਨਾਮਾ ਹਰਿ ਗੁਣ ਉਚਰੈ, ਭਗਤ ਜਨਾਂ ਕੋ ਦਿਹੁਰਾ ਮਿਲੈ। ਦਿਹੁਰੇ ਦਾ ਮੁਖੀ ਪਰਮੇਸ਼ਰ ਨੇ ਭਗਤ ਨਾਮਦੇਵ ਵੱਲ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਭਗਤ ਨਾਮਦੇਵ ਜੀ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਸਨ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਕਹਿੰਦਾ ਮੈਨੂੰ ਤੇਰੀ ਲੋੜ ਹੈ। ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਹੋ ਗਈ, ਭਗਤ ਧੰਨਾ ਜੀ ਤੇ ਹੋ ਗਈ। ਭਗਤ ਸੈਣ ਜੀ ਨਾਈ ਦਾ ਕਾਰਜ ਕਰਦੇ। ਸਾਧ ਸੰਗਤ ਵਿੱਚ ਭਗਤ ਸੈਣ ਜੀ ਦੀ ਘਰ ਘਰ ਵਿੱਚ ਵਡਿਆਈ ਹੋਈ। ਸੈਣ ਨਾਈ ਵਿਚਾਰੀਆਂ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਕੜਿਆ। ਭਗਤਾਂ ਵਿੱਚ ਗਿਣਿਆ ਭਾਵ ਦੀ ਗਿਣਤੀ ਆ ਗਈ। ਰਵਿਦਾਸ ਢੋਰ ਢਵੰਤਾ ਤਿਆਗੀ ਮਾਇਆ, ਹਿਰਦੇ ਵਸਿਆ ਪਾਰ ਬ੍ਰਹਮ ਦਰਸ਼ਨ ਪਾਇਆ। ਰਵਿਦਾਸ ਦੀ ਜੈ ਜੈਕਾਰ ਹੋ ਗਈ। ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਨੇ ਜਪਿਆ। ਪੁਰਾਤਨ ਸਮਿਆਂ ਦੇ ਅੰਦਰ ਇੱਕ ਕਥਾ ਹੁੰਦੀ ਹੈ। ਉੱਤਰਾਖੰਡ ਦੇ ਵਿੱਚ ਇੱਕ ਭਗਤ ਦਾ ਜਨਮ ਹੋਇਆ। ਜਿਸ ਭਗਤ ਦਾ ਨਾਮ ਆਪਾਂ ਬਾਣੀ ਵਿੱਚੋਂ ਸੁਣਦੇ ਹਾਂ, ਰਾਮ ਲਿਖੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ। ਇਹ ਕਥਾ ਹੈ ਭਗਤ ਪ੍ਰਹਿਲਾਦ ਦੀ। ਇੱਕ ਭਗਤ ਪ੍ਰਹਿਲਾਦ ਜੀ ਹੋਏ ਨੇ, ਇੱਕ ਧਰੂ ਬਾਰਕ ਜੀ ਹੋਏ ਨੇ। ਧਰੂ ਦੀ ਉਮਰ ਵੀ 5 ਸਾਲ ਦੀ ਸੀ, ਭਗਤ ਪ੍ਰਹਿਲਾਦ ਦੀ ਵੀ ਉਮਰ ਬਹੁਤ ਛੋਟੀ ਸੀ। 6 ਸਾਲ ਦਾ ਭਗਤ ਪ੍ਰਹਿਲਾਦ ਸੀ ਜਦੋਂ ਪਰਮੇਸ਼ਰ ਦੀ ਗਤੀ ਨੂੰ ਜਾਣ ਗਿਆ ਸੀ। ਪਰਮੇਸ਼ਰ ਦੀ ਮਿੱਤ ਬਣਾਈ ਹੋਈ ਮਰਿਆਦਾ, ਵਾਹਿਗੁਰੂ ਨਿਰੰਕਾਰ ਦੀ ਬਣਾਈ ਹੋਈ ਮਰਿਆਦਾ ਨੂੰ ਫਾਸ ਗਿਆ। ਕਹਿੰਦੇ ਨੇ ਇਹਦਾ ਪਿਤਾ ਹਰਨਾਕਸ਼, ਤੇ ਹਰਨਾਕਸ਼ ਦਾ ਜਿਹੜਾ ਪਿਤਾ ਸੀ ਉਹ ਕਸ਼ਮਰਿਖੀ ਸੀ। ਕਸ਼ਮਰਿਖੀ ਜਿਹੜਾ ਸੀ ਉਹ ਬੜਾ ਤਪੀ ਜਪੀ ਸੀ। ਬਹੁਤ ਲੰਮਾ ਸਮਾਂ ਵਾਟਕਾ ਜੰਗਲ ਵਿੱਚ ਰਹਿ ਕੇ ਸਾਧ ਸੰਗਤ ਨੇ ਭਗਤੀ ਕੀਤੀ। ਭਗਤੀ ਕਰਕੇ ਜਦੋਂ ਬਾਹਰ ਆ ਕੇ ਦੁਨੀਆ ਵੇਖੀ ਤੇ ਫਿਰ ਇਹਦਾ ਵਿਆਹ ਇੱਕ ਦਿੱਤੀ ਨਾਮ ਲੜਕੀ ਨਾਲ ਹੋਇਆ। ਕਸ਼ਮਰਿਖੀ ਦੇ ਘਰ ਵਿੱਚ ਇੱਕ ਧੀ ਪੈਦਾ ਹੋਈ ਜਿਹਦਾ ਨਾਮ ਹੌਲਕਾ ਰੱਖਿਆ। ਵੱਡੇ ਪੁੱਤਰ ਦਾ ਨਾਮ ਹਿਰਣਿਕਸ਼ਿਪ ਰੱਖਿਆ ਔਰ ਦੂਸਰੇ ਦਾ ਨਾਮ ਹਰਨਾਕਸ਼ ਰੱਖਿਆ। ਜਿਹੜਾ ਹਿਰਣਿਕਸ਼ਿਪ ਸੀ ਸਾਧ ਸੰਗਤ ਜੰਗ ਵਿੱਚ ਬਰਾਹਾ ਦੇ ਹੱਥੋਂ ਮਾਰਿਆ ਗਿਆ। ਹਰਨਾਕਸ਼ ਦੇ ਮਨ ਵਿੱਚ ਭੈ ਪੈਦਾ ਹੋ ਗਿਆ ਵੀ ਕਿਤੇ ਮੈਂ ਵੀ ਬਰਾਹਾ ਨੂੰ ਪਰਮੇਸ਼ਰ ਦੇ ਹੱਥੋਂ ਮਾਰਿਆ ਨਾ ਜਾਵਾਂ। ਇਹਦੇ ਲਈ ਬਚਣ ਦਾ ਉਪਾਅ ਕਰਨਾ ਚਾਹੀਦਾ। ਉਪਾਅ ਕੀ ਹੈ? ਪਰਮੇਸ਼ਰ ਦੀ ਭਗਤੀ। ਤੇ ਬਾਣੀ ਕਹਿੰਦੀ ਹੈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਹੈ, ਐਸੀ ਲਾਜ ਜੀ ਤੁਝ ਬਿਨ ਕੌਣ ਕਰੇ।
ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਸ਼ਬਦ ਤਰੇ। ਇਸੇ ਸ਼ਬਦ ਦੀ ਪੰਕਤੀ ਹੈ, ਨੀਚੋਂ ਉੱਚ ਕਰੇ ਮੇਰਾ ਗੋਬਿੰਦ ਤਾਹੂ ਤੀਨਾ ਕਰੇ। ਸਿਮਰਨ ਦੀ ਕਮਾਈ ਏਡੀ ਵੱਡੀ ਹੈ, ਮਾਰੇ ਕਹਿੰਦੇ ਸਭ ਦੇ ਉੱਚੇ ਜਾਣੀ ਹੈ। ਨਾਨਕ ਨਾਮ ਪਿਆਰ ਜਿਨ੍ਹਾਂ ਦੇ ਪੱਲੇ ਸਿਮਰਨ ਨੇ ਕਮਾਈ, ਉਹ ਸਾਰਿਆਂ ਤੋਂ ਉੱਚੇ ਜਾਣੇ ਜਾਂਦੇ ਹਨ। ਉਹਨਾਂ ਦਾ ਹੁਕਮ ਦਰਗਾਹ ਵਿੱਚ ਆਉਂਦਾ, ਉਹਨਾਂ ਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ। ਬਚਨ ਅਟਲ ਹੁੰਦੇ ਹਨ। ਕਿ ਸਾਧ ਸੰਗਤ ਪਰਮੇਸ਼ਰ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਹਰਨਾਕਸ਼ ਨੇ ਬੰਦਗੀ ਕੀਤੀ ਤੇ ਬੰਦਗੀ ਕਰਕੇ ਰਾਜ ਯੋਗ ਦੀ ਪ੍ਰਾਪਤੀ ਹੋ ਗਈ। ਰਾਜੇ ਦਾ ਪੁੱਤਰ ਰਾਜਕੁਮਾਰ ਬਣ ਗਿਆ। ਹੁਣ ਸਾਧ ਸੰਗਤ ਪਰਮੇਸ਼ਰ ਪ੍ਰਗਟ ਹੋਏ ਹਨ। ਪੁੱਛਦੇ ਨੇ ਹਰਨਾਕਸ਼ ਨੂੰ ਮਨ ਦੀ ਇੱਛਾ ਕੀ ਹੈ? ਕੋਈ ਵੀ ਹੈ ਭਗਤੀ ਨਾਮ ਸਿਮਰਨ ਕਰਦੇ ਹਨ, ਮਨ ਦੀਆਂ ਇਛਾਵਾਂ ਹੁੰਦੀਆਂ ਹਨ। ਪਰ ਪਰਮੇਸ਼ਰ ਈਸ਼ਾ ਪੁਰਖ ਸਰਸੂ ਦਾਤਾ ਜਾਂਦੇ ਵਾਸੇ ਤਾਮ ਧੀਨਾ ਸੋਏ ਸਰ ਧਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਜਬ ਮਨ ਸਤਨਾਮ ਸਦਾ ਸਤਨਾਮ ਹਉ ਪਦਮ ਕੁਜਲ ਹੋਈਆ ਧਈਆ ਪੁਰਖ ਨਰੰਜਨਾ ਜੇ ਹਰ ਸਿਮਰਨ ਪਿਆ ਤੇ ਪਾਤ ਕਰ ਕਿੰਨੀ ਵਡਭਾਗੀ ਹਰ ਜਪਨਾ। ਨਾਨਕ ਕੋ ਗੁਰ ਕੀ ਮਾਰਗਿੰਦੀ ਜਪ ਹਰ ਭਵਲ ਕਰਨਾ। ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਮਾਰੇ ਕਹਿੰਦੇ ਇਛਾਵਾਂ ਤੇ ਬੁਰੀਆਂ ਹੁੰਦੀਆਂ ਨੇ, ਜੀਵ ਭਵ ਸਾਗਰਾਂ ਤੋਂ ਵੀ ਪਾਰ ਹੋ ਜਾਂਦਾ ਹੈ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਾਧ ਸੰਗਤ ਪਰਮੇਸ਼ਰ ਭਗਵਾਨ ਪੁੱਛਦੇ ਨੇ ਹਰਨਾਕਸ਼ ਤੇਰੀ ਇੱਛਾ ਕੀ ਹੈ? ਹਰਨਾਕਸ਼ ਕਹਿਣ ਲੱਗਿਆ ਇੱਛਾ ਮੇਰੀ ਇਹ ਹੈ, ਵਾਰ ਮੈਨੂੰ ਇਹ ਦੇ ਦਿਓ, ਨਾ ਮੈਂ ਅੰਦਰ ਵੜਾਂ ਨਾ ਮੈਂ ਬਾਹਰ ਵੜਾਂ, ਨਾ ਧਰਤੀ ਤੇ ਮਰਾਂ ਨਾ ਆਕਾਸ਼ ਮਰਾਂ, ਨਾ ਕਿਸੇ ਤੇਜ ਹਥਿਆਰ ਨਾਲ ਮਰਾਂ, ਨਾ ਕਿਸੇ ਬੰਦੇ ਦੇ ਹੱਥੋਂ ਮਰਾਂ, ਇਹ ਵਾਰ ਮੈਨੂੰ ਦਿਓ। ਪਰਮੇਸ਼ਰ ਸਰੂਪ ਭਗਵਾਨ ਤਥਾ ਸਤੂਰ ਕਹਿ ਕੇ ਆਲੋਕ ਹੋ ਗਏ। ਵਾਰ ਪ੍ਰਾਪਤ ਕਰਦਿਆਂ ਹੀ ਇਹਨੇ ਧਾਵੇ ਬੋਲਤੇ ਕਈ ਰਾਜਿਆਂ ਉੱਪਰ ਜਿੱਤ ਪ੍ਰਾਪਤ ਕਰ ਲਈ। ਇੰਦਰ ਵਰਗੇ ਦੇਵਤਿਆਂ ਨੂੰ ਕਹਿੰਦੇ ਕਿਸ ਤਰ੍ਹਾਂ ਪੈਦਾ ਹੋ ਗਿਆ ਸੀ। ਹੁਣ ਸਾਧ ਸੰਗਤ ਇਹਦੀ ਸ਼ਾਦੀ ਇੱਕ ਆਦਿਤੀ ਲੜਕੀ ਦੇ ਨਾਮ ਨਾਲ, ਇਹ ਆਦੂ ਦਾ ਨਾਮ ਤੇ ਸਾਧ ਸੰਗਤ ਉਹਦੀ ਕੁੱਖ ਤੋਂ ਇੱਕ ਪੁੱਤਰ ਪ੍ਰਹਿਲਾਦ ਦਾ ਜਨਮ ਹੋਇਆ। ਜਦੋਂ ਪ੍ਰਹਿਲਾਦ 6 ਸਾਲ ਦਾ ਹੋਇਆ, ਸੰਡੇ ਵਰਗੇ ਦੇ ਕੋਲੇ ਪੜ੍ਹ ਨਹੀਂ ਪਾ ਦਿੱਤਾ ਹੈ। ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖੇ ਹੋਏ ਹਨ। ਇਹ ਸਾਰੀ ਵਾਰਤਾ ਜੇ ਕੋਈ ਕਹੇ ਜੀ ਇਹ ਤਾਂ ਕਹਾਣੀ ਜਿਹੜੀ ਹੈ ਹਿੰਦੂ ਮਤ ਦੇ ਨਾਲ ਸੰਬੰਧਿਤ ਹੈ, ਇਹ ਨਹੀਂ ਸੁਣਾਉਣੀ ਚਾਹੀਦੀ, ਤੇ ਇਹ ਸਾਡਾ ਇਤਿਹਾਸ ਹੈ। ਜੇ ਪ੍ਰਹਿਲਾਦ ਦਾ ਨਾਮ ਬਾਣੀ ਵਿੱਚ ਆਉਂਦਾ ਤੇ ਕਥਾ ਵੀ ਆਉਂਦੀ। ਮਾਰਿਕ ਨੇ ਪਾਠਸ਼ਾਲ ਵਿੱਚ ਪੜ੍ਹਨੇ ਪਾਇਆ। ਸੰਡਾ ਵਰਗਾ ਆਪ ਕਹਿੰਦਾ ਹੈ ਜਾ ਕੇ ਹਰਨਾਕਸ਼ ਨੂੰ ਪ੍ਰਹਿਲਾਦ ਵਿਗੜਿਆ ਸਭ ਚਾਕੜੇ ਵਿਗਾੜੇ। ਬਾਣੀ ਵਿੱਚ ਸ਼ਬਦ ਹੈ, ਕਹਿੰਦੇ ਪ੍ਰਹਿਲਾਦ ਜਿਹੜੇ ਆਪ ਵਿਗੜਿਆ ਹੋਏ ਨੇ, ਚਾਕੜੇ ਵਿਗਾੜੇ ਹੋਏ ਨੇ। ਹਰਨਾਕਸ਼ ਕਹਿੰਦੇ ਗੱਲ ਕੀ ਹੋਈ? ਕਹਿੰਦੇ ਤੁਹਾਡਾ ਨਾਮ ਨਹੀਂ ਜਪਦਾ, ਮੈਂ ਇਹਨੂੰ ਕਹਿੰਦਾ ਆ ਕਿ ਜਲੇ ਹਰਨਾਕਸ਼ ਛਲੇ ਹਰਨਾਕਸ਼ ਜੀਆਂ ਹਰਨਾਕਸ਼ ਜੂਆਂ ਹਰਨਾਕਸ਼। ਇਹ ਕਹਿੰਦਾ ਹੀ ਨਹੀਂ। ਕੀ ਕਹਿੰਦਾ? ਇਹ ਕਹਿੰਦੇ ਰਾਮ ਰਾਮ ਜਪੀ ਜਾਂਦਾ। ਇਹ ਕਹਿੰਦਾ ਰਾਮ ਸਾਰੇ ਪਾਸੇ ਹੀ ਹੈ। ਇਹ ਆਪ ਹੀ ਜਪਦਾ ਹੈ, ਹੋਰਨਾਂ ਤੋਂ ਵੀ ਪਾਉਂਦਾ, ਆਪਣੇ ਸਾਰੇ ਸਖਿਆਂ ਨੂੰ ਵੀ ਕਹਿੰਦਾ ਹੈ। ਬਾਦਸ਼ਾਹ ਹਰਨਾਕਸ਼ ਮੈਂ ਇਹਨੂੰ ਸਮਝਾ ਕੇ ਹਾਰ ਗਿਆ ਹਾਂ। ਜੇ ਇਹ ਤੁਹਾਡਾ ਨਾਮ ਨਹੀਂ ਜਪਦਾ, ਬਾਕੀ ਕਿਵੇਂ ਜਪਣਗੇ? ਪ੍ਰਜਾ ਕਿਵੇਂ ਜਪੇਗੀ? ਤੁਹਾਡੇ ਘਰ ਵਿੱਚ ਹੀ ਤੁਹਾਡਾ ਦੁਸ਼ਮਣ ਪੈਦਾ ਹੋ ਗਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਤੇ ਉਹ ਗੱਲ ਹੋ ਗਈ ਜਿਵੇਂ ਕਲਰ ਦੇ ਵਿੱਚ ਸਾਧ ਸੰਗਤ ਕਿਸੇ ਬੂਟੇ ਦਾ ਪੈਦਾ ਹੋ ਜਾਂਦਾ। ਕਲਰ ਜਿੱਥੇ ਕਿਸੇ ਵੀ ਤਰ੍ਹਾਂ ਦਾ ਘਾਹ ਫੂਸ ਵੀ ਆਦਿ ਕੋਈ ਦਰਖਤ ਨਾ ਹੋਵੇ, ਤੇ ਸਾਧ ਸੰਗਤ ਕਹਿੰਦੇ ਉਹਦੇ ਕਲਰ ਦੇ ਵਿੱਚ ਕਮਲ ਦਾ ਫੁੱਲ ਖਿੜ ਜਾਣਾ। ਐਸੀ ਇਹ ਵਾਰਤਾ ਹੈ, ਐਸਾ ਇਤਿਹਾਸ ਹੈ ਭਗਤ ਪ੍ਰਹਿਲਾਦ ਜੀ ਦਾ। ਕਿ ਸਾਧ ਸੰਗਤ ਭਗਤ ਪ੍ਰਹਿਲਾਦ ਜੀ ਨੇ ਐਸੀ ਪਰਮੇਸ਼ਰ ਦੀ ਅਕਾਲ ਪੁਰਖ ਦੀ ਨਾਮ ਦੀ ਕਮਾਈ ਕੀਤੀ। ਨਾਰਦ ਮੁਨੀ ਨੇ ਆਪਣੇ ਆਸ਼ਰਮ ਵਿੱਚ ਰੱਖ ਕੇ ਇਹਨੂੰ ਸਾਧ ਸੰਗਤ ਕਥਾ ਹਰੀ ਦੇ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਸੁਣਾਉਣੀ।
ਐਸੀ ਲਗਨ ਲੱਗ ਗਈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਾਂ ਕੋ ਰੰਗ ਜਾਂ ਕੋ ਹਾਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾਂ ਕਾ ਸਤਿਗੁਰ ਪੂਰਾ। ਰੰਗ ਲਗੇ ਹਰੀ ਦੇ ਨਾਮ ਦਾ, ਰੰਗ ਮੈਂ ਪਿਆਰਿਆ ਭਾਗਤ ਹੈ। ਸਾਰੇ ਭਾਈ ਖਤਮ ਹੋ ਜਾਂਦੇ ਨੇ ਜਿਹਨੂੰ ਨਾਮ ਦਾ ਰੰਗ ਲੱਗ ਗਿਆ। ਭਗਤ ਪ੍ਰਹਿਲਾਦ ਨੂੰ ਭੈ ਨਹੀਂ ਸੀ, ਡਰ ਨਹੀਂ ਸੀ। ਹੁਣ ਬੜੇ ਜ਼ੁਲਮ ਕਮਾਉਂਦਾ ਸੀ ਹਰਨਾਕਸ਼। ਸਾਧ ਸੰਗਤ ਪਿਤਾ ਸੀ। ਇੱਕ ਦਿਨ ਫਿਰ ਕਹਿੰਦੇ ਹਰਨਾਕਸ਼ ਨੇ ਸਭਾ ਲੱਗੀ ਹੈ, ਸੰਡਾ ਮਾਰ ਕੇ ਆਇਆ। ਪ੍ਰਹਿਲਾਦ ਨੂੰ ਪੁੱਛਦੇ ਨੇ, ਪ੍ਰਹਿਲਾਦ ਪੁੱਤਰ ਇਹ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਹੀ ਨਾ ਹਰਨਾਕਸ਼ ਮਹਾਨਾਕਸ਼ ਸਾਰੇ ਪਾਸੇ ਹਰਨਾਕਸ਼ ਹੀ ਹਰਨਾਕਸ਼। ਪਰ ਪ੍ਰਹਿਲਾਦ ਚੁੱਪ ਨੇ। ਕਹਿੰਦੇ ਨਾਮ ਜਪਣਾ ਕਰੋ, ਆਪਣੇ ਪਿਤਾ ਦਾ ਸੰਗਾ ਮਾਰ ਕੇ ਕਹਿੰਦਾ ਹੈ। ਪਰ ਪ੍ਰਹਿਲਾਦ ਜੀ ਕਹਿਣ ਲੱਗੇ
ਜਲਾਂ ਥਲਾਂ ਦੇ ਵਿੱਚ ਤੇ ਰਾਮ ਹੀ ਹੈ, ਹੋਰ ਦੂਜਾ ਕੋਈ। ਦੂਜਾ ਕਾਹੇ ਸਿਮਰਿਆ ਜੋ ਜੰਮੈ ਤੇ ਮਰ ਜਾਏ, ਪਿਤਾ ਜੀ ਦੀ ਤਾਂ ਦੇਹੀ ਨਾਸਵੰਤ ਹੋਣ ਵਾਲੀ। ਅਕਾਲ ਪੁਰਖ ਰਾਮ ਰਮਿਆ ਹੋਇਆ ਪਰਮੇਸ਼ਰ ਸਾਰੇ ਪਾਸੇ ਅਬਨਾਸੀ ਹੈ, ਸਦਾ ਰਹਿਣ ਵਾਲਾ। ਜਿਹੜਾ ਸਦਾ ਰਹਿਣ ਵਾਲਾ ਹੈ ਫਿਰ ਉਸੇ ਦਾ ਨਾਮ ਜਪੀਏ, ਕਿਉਂਕਿ ਉਹ ਸੱਚਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੀ ਵੀ ਸੱਚ। ਉਸੀ ਵੀ ਸੱਚ। ਸੱਚਾ ਪਰਮੇਸ਼ਰ ਦਾ ਨਾਮ, ਝੂਠਾ ਸਾਰਾ ਸੰਸਾਰ ਹੈ। ਦੁਨੀਆ ਪਰਪੰਚ ਝੂਠੀ ਹੈ, ਨਾਸਵੰਤ ਹੋਣ ਵਾਲੀ ਹੈ। ਰਹਿਣ ਵਾਲਾ ਪਰਮੇਸ਼ਰ ਦਾ ਨਾਮ। ਮੈਂ ਤੇ ਰਾਮ ਦਾ ਉਪਾਸ਼ਕ ਹਾਂ, ਰਾਮ ਦੀ ਭਗਤੀ ਕਰਾਂਗਾ, ਉਹਦਾ ਨਾਮ ਹੀ ਮੈਨੂੰ ਚੰਗਾ ਲੱਗਾ। ਬੜਾ ਸਮਝਾਇਆ ਪ੍ਰਹਿਲਾਦ ਨੂੰ, ਤੇ ਗੁੱਸੇ ਵਿੱਚ ਆ ਕੇ ਹਰਨਾਸ਼ ਕਹਿਣ ਲੱਗਿਆ, ਜੇ ਅੱਜ ਤੂੰ ਮੇਰਾ ਨਾਮ ਨਹੀਂ ਜਪਦਾ ਪ੍ਰਜਾ ਕਿੱਥੋਂ ਜਪੇਗੀ? ਸਾਰਿਆਂ ਦੇ ਮਨਾਂ ਵਿੱਚ ਭੈ ਮੇਰਾ ਰਹੇਗਾ। ਪੁੱਤਰ ਮੈਨੂੰ ਕੋਈ ਮਾਰ ਨਹੀਂ ਸਕਦਾ, ਮੈਨੂੰ ਭਗਵਾਨ ਵੱਲੋਂ ਵੀ ਵਾਰ ਮਿਲੇ ਹੋਏ ਨੇ। ਤੇ ਮਹਾਰਾਜ ਦੀ ਬਾਣੀ ਕਹਿੰਦੀ ਮਾਰਿਆ ਰੱਖੈ ਏਕੋ ਆਪ ਮਾਨੂ ਕਹਿ ਕਿਛ ਨਾਹੀ ਨਾਹੀ ਆ ਜਿਸ ਕਹਿ ਦਿਆ ਰਹੇਗਾ। ਇਹ ਬਹੁਤ ਨਾ ਤ੍ਰਿਸ਼ਨਾ ਲੱਗ ਗਿਆ ਹੈ। ਤ੍ਰਿਸ਼ਨਾ ਜਗਾਉਣ ਵਾਲਾ ਉਹ ਹੈ ਤੇ ਭੁੱਖ ਨੂੰ ਮਿਟਾਉਣ ਵਾਲਾ ਵੀ ਉਹ ਹੈ, ਮਾਰਨ ਵਾਲਾ ਵੀ ਉਹ ਹੈ, ਰੱਖਣ ਵਾਲਾ ਵੀ ਉਹ ਹੈ। ਕਹਿੰਦੇ ਪਿਤਾ ਜੀ ਇਹ ਨਹੀਂ ਮੈਨੂੰ ਪਤਾ, ਪਰ ਸਾਰਿਆਂ ਦੀ ਰੱਖਿਆ ਕਰਨ ਵਾਲਾ, ਸਾਰਿਆਂ ਨੂੰ ਰੋਜੀ ਦੇਣ ਵਾਲਾ, ਸਾਰਿਆਂ ਨੂੰ ਸੰਸਾਰ ਲੈਣੇ ਕਰਨ ਵਾਲਾ ਪਰਮੇਸ਼ਰ। ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇਕ ਦੀਵਾਨ। ਇਹ ਸਾਧ ਸੰਗਤ ਇਹ ਕਹਿੰਦੇ ਹਰਨਾਸ਼ ਨੇ ਕਹਿ ਦਿੱਤਾ ਵੀ ਇਹਨੂੰ ਇਦਾਂ ਕਰੋ, ਉੱਚੀ ਪਹਾੜੀ ਤੋਂ ਧੱਕਾ ਦੇ ਕੇ ਸੁੱਟਿਆ ਜਾਵੇ, ਮਾਰ ਦਿੱਤਾ ਜਾਵੇ। ਲੋੜ ਨਹੀਂ ਮੈਨੂੰ ਇਹੋ ਜਿਹੇ ਪੁੱਤਰ ਦੀ ਜਿਹੜਾ ਮੇਰਾ ਨਾਮ ਹੀ ਨਹੀਂ ਜਪਦਾ। ਇਹਦਾ ਹੰਕਾਰ ਸਿਰ ਚੜ ਗਿਆ। ਐਨ ਕਰ ਗਏ ਪ੍ਰਹਿਲਾਦ ਨੂੰ ਸਾਧ ਸੰਗਤ ਉੱਚੀ ਸਿਖਰ ਚੋਟੀ ਪਹਾੜੀ ਤੇ ਚੜਾਇਆ, ਧੱਕਾ ਦੇ ਦਿੱਤਾ। ਕਹਿੰਦੇ ਪਾਉਣ ਗੁਰੂ ਨੇ ਪਰਮੇਸ਼ਰ ਨੇ ਹੁਕਮ ਕਰ ਦਿੱਤਾ, ਹਵਾ ਨੇ ਆਪਣੀ ਗੋਦ ਵਿੱਚ ਲੈ ਲਿਆ ਪ੍ਰਹਿਲਾਦ, ਡਿੱਗਣ ਨਹੀਂ ਦਿੱਤਾ। ਬਿਲਕੁਲ ਸਾਧ ਸੰਗਤ ਧਰਤੀ ਤੇ ਸਰੀਰ ਡਿੱਗਿਆ, ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ, ਬਿਲਕੁਲ ਸਹੀ ਸਲਾਮਤ ਹੈ। ਹੱਸ ਰਿਹਾ ਹੈ ਪ੍ਰਹਿਲਾਦ। ਐਲ ਕਰਕੇ ਫੜ ਕੇ ਲੈ ਆਏ, ਕਹਿੰਦੇ ਬਾਦਸ਼ਾਹ ਨੂੰ ਕੁਝ ਨਹੀਂ ਹੋਇਆ, ਕਹਿੰਦੇ ਸੁੱਟਿਆ ਨਹੀਂ, ਕਹਿੰਦੇ ਬੜੀ ਜ਼ੋਰ ਦੀ ਨਾਲ ਧੱਕਾ ਲਾਇਆ, ਸਿਖਰ ਪਹਾੜੀ ਤੇ ਚੜ੍ਹ। ਹੁਣ ਸਾਧ ਸੰਗਤ ਉਸ ਸਮੇਂ ਵਿੱਚ ਕਹਿੰਦੇ ਸਾਰੀ ਪ੍ਰਜਾ ਦੇ ਨਾਲ, ਐਲਕਾਰਾਂ ਦੇ ਨਾਲ, ਵਜ਼ੀਰਾਂ ਦੇ ਨਾਲ, ਸੰਡੀ ਵਰਗੇ ਦੇ ਨਾਲ ਹਰਨਾਸ਼ ਸਲਾਹ ਕਰਦਾ ਹੈ ਕਿ ਸਾਧ ਸੰਗਤ ਜਦੋਂ ਕੂੜ ਦੀ ਸਭਾ ਲੱਗਦੀ, ਫਿਰ ਕੂੜ ਦੀ ਸਭਾ ਦੇ ਵਿੱਚ ਸਾਰਾ ਝੂਠਾ ਹੁੰਦਾ ਹੈ। ਮਹਾਰਾਜ ਦੀ ਬਾਣੀ ਨੇ ਐਸਾ ਵੀ ਪ੍ਰਵਚਨ ਬਾਣੀ ਵਿੱਚ ਲਿਖਿਆ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਸੁਨਾ, ਕੂੜ ਰੂਪਾ, ਕੂੜ ਸਭ। ਮਹਾਰਾਜ ਦੀ ਬਾਣੀ ਨੇ ਲਿਖਿਆ ਹੈ। ਆਪਸ ਵਿੱਚ ਸਲਾਹਾਂ ਕਰਦੇ ਨੇ, ਸਦਾ ਕੂੜ ਕਮਾਵੇ ਦੁਸ਼ਟਾਂ ਦੀ ਚੌਂਕੜੀ, ਸਦਾ ਕੂੜ ਕਮਾਵੇ ਦੁਸ਼ਟਾਂ ਦੀ ਚੌਂਕੜੀ।
ਨਹੀਂ ਆ ਵੀ ਭਗਤ ਪ੍ਰਹਿਲਾਦ ਦਾ ਹਰਨਾਕਸ਼ ਦੇ ਘਰ ਵਿੱਚ ਆਉਣ ਦਾ ਕਾਰਨ ਕੀ ਹੈ? ਇਹ ਵਾਰ ਲਈ ਬੈਠਾ ਹੈ, ਮੈਂ ਮਰਨਾ ਨਹੀਂ, ਮੈਨੂੰ ਕੋਈ ਮਾਰ ਨਹੀਂ ਸਕਦਾ, ਕੋਈ ਹਥਿਆਰ ਨਹੀਂ, ਕੋਈ ਮਨੁੱਖ ਨਹੀਂ, ਨਾ ਦਿਨੇ ਮਰਾਂ ਨਾ ਰਾਤੀ ਮਰਾਂ, ਨਾ ਧਰਤੀ ਤੇ ਮਰਾਂ ਨਾ ਆਕਾਸ਼ 'ਚ ਮਰਾਂ, ਮੈਂ ਸਦਾ ਹੀ ਰਹਾਂ। ਪਰ ਇਹ ਗੱਲ ਹੋ ਨਹੀਂ ਸਕਦੀ ਹੈ। ਹੁਣ ਕੂੜ ਕਮਾਉਂਦੇ ਨੇ, ਝੂਠੀਆਂ ਗੱਲਾਂ ਕਰਦੇ ਹਨ ਬਹਿ ਕੇ ਰਾਜੇ ਦੀ ਪ੍ਰਜਾ ਵਿੱਚ। ਇੱਕ ਨੇ ਕਹਿਣਾ ਕੀਤਾ, ਇਹਨੂੰ ਕੋਠੜੇ ਵਿੱਚ ਬੰਦ ਕਰੋ ਤੇ ਸਰਪ ਛੱਡ ਦਿਓ, ਸੱਪਾਂ ਵਿੱਚ ਰਹੇਗਾ, ਜ਼ਹਿਰੀਲੇ ਨਾਗ ਛੱਡੋ, ਡੰਗ ਮਾਰ ਦੇਣਗੇ, ਅੰਦਰ ਹੀ ਮਰ ਜਾਏਗਾ। ਫਿਰ ਕਹਿੰਦੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਕੀ ਹੈ ਤਾਲਾ, ਬਾਹਰੋਂ ਤਾਲਾ ਲਾ ਦਿੱਤਾ, ਸਰਪ ਛੱਡ ਦਿੱਤੇ। ਪਰ ਜਦੋਂ ਤਾਲਾ ਖੋਲ ਕੇ ਵੇਖਿਆ, ਭਗਤ ਪ੍ਰਹਿਲਾਦ ਸੱਪਾਂ ਦੇ ਨਾਲ ਖੇਡ ਰਿਹਾ ਸੀ, ਉਹਨਾਂ ਅੰਦਰ ਜ਼ਹਿਰ ਹੀ ਮਰ ਗਈ ਸੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਹਿਲਾਦ ਦਾ ਰਾਖਾ ਹੋਏ ਰਘੁਰਾਇਆ। ਮਹਾਰਾਜ ਕਹਿੰਦੇ ਰੱਖਿਆ ਕਰਨ ਵਾਲਾ ਤਾਂ ਪਰਮੇਸ਼ਰ ਹੈ ਨਾ, ਉਹਨੂੰ ਕੌਣ ਮਾਰ ਸਕਦਾ ਹੈ? ਇਹ ਸਾਧ ਸੰਗਤ ਫਿਰ ਜਦੋਂ ਵੇਖਿਆ ਖੇਡਦਾ ਹੋਇਆ ਪ੍ਰਹਿਲਾਦ ਸੱਪਾਂ ਦੇ ਨਾਲ ਨਜ਼ਰ ਆਇਆ, ਕਹਿੰਦੇ ਏਦਾਂ ਕਰੋ, ਇਹਨੂੰ ਜਿਹੜਾ ਸਤਲੁਜ ਦਾ ਪਾਣੀ ਹੈ ਇਹਦੇ ਵਿੱਚ ਪੱਥਰ ਬੰਨ ਕੇ ਡੁੱਬਿਆ ਜਾਵੇ। ਸਾਧ ਸੰਗਤ ਪ੍ਰਹਿਲਾਦ ਦੇ ਸਰੀਰ ਨਾਲ ਬਹੁਤ ਭਾਰੀ ਜਿਹੜੇ ਪੱਥਰ ਸੀ ਬੰਨ ਦਿੱਤੇ, ਡੂੰਘੇ ਪਾਣੀ ਵਿੱਚ ਜਾ ਕੇ ਪ੍ਰਹਿਲਾਦ ਨੂੰ ਸੁੱਟਿਆ ਗਿਆ, ਜਿਵੇਂ ਭਗਤ ਕਬੀਰ ਜੀ ਨੂੰ ਰਾਜਿਆਂ ਨੇ ਸੁੱਟਿਆ ਸੀ। ਕਹਿੰਦੇ ਭਗਤ ਕਬੀਰ ਜੀ ਨੂੰ ਤੇ ਜੰਜੀਰਾਂ ਨਾਲ ਬੰਨ ਦਿੱਤਾ ਸੀ, ਵੀ ਕਿਤੇ ਇਹਦੇ ਹੱਥ ਨਾ ਖੁੱਲ ਜਾਣ। ਪਰਮਾਤਮਾ ਦੀ ਬਾਣੀ ਕਹਿੰਦੀ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਜਿਹੜੀ ਚਾਦਰ ਉੱਪਰ ਲਾਈ ਹੋਈ ਸੀ ਨਾ, ਬੇੜੀ ਬਣ ਗਈ। ਤੈਰਦੇ ਹੋਏ ਭਗਤ ਕਬੀਰ ਜੀ ਨਜ਼ਰ ਆਏ, ਜਿਹੜੀਆਂ ਬੇੜੀਆਂ ਪਾਈਆਂ ਹੋਈਆਂ, ਜੰਜੀਰਾਂ ਪਾਈਆਂ ਹੋਈਆਂ ਸੀ, ਟੁੱਟ ਗਈਆਂ ਆਪਣੇ ਆਪ ਹੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ, ਢਹਿ ਰੱਖਦਾ, ਇਹ ਬਿਰਧ ਹੈ ਉਹਦਾ। ਪਰ ਮਹਾਰਾਜ ਕਹਿੰਦੇ ਜੇ ਉਹਦੀ ਸ਼ਰਨ ਵਿੱਚ ਆਵੇ ਨਾ, ਮਨ ਕਰਕੇ, ਮਨ ਨੂੰ ਕੋਈ ਰੋਜ਼ ਲਿਆਉਣਾ ਕਿਤੇ ਸੌਖੀ ਗੱਲ ਥੋੜਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਨ ਨੂੰ ਹਾਜ਼ਰ ਕਰ ਦੇਣਾ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਸਿਮਰਨ ਕਰ, ਨਾਮ ਜਪ, ਬਾਣੀ ਪੜ੍ਹ, ਮਨ ਨੂੰ ਲੈ ਕੇ ਆਵੇ। ਮਹਾਰਾਜ ਕਹਿੰਦੇ ਜਾਂ ਹਾਜ਼ਰ ਕਰੇ ਜੋ ਸ਼ਰਨ ਆਵੇ, ਜਿਹੜਾ ਸ਼ਰਨ ਆਵੇ ਤੇ ਫਿਰ ਪਰਮੇਸ਼ਰ ਦਾ ਹੈ, ਉਹਦੀ ਲਾਜ ਰੱਖਣੀ, ਉਹਦੀ ਹਰ ਭਾਵ ਰੱਖਿਆ ਕਰਨੀ। ਤੇ ਸਾਧ ਸੰਗਤ ਹੁਣ ਜਿਹੜੀ ਹਰਨਾਕਸ਼ ਦੀ ਭੈਣ ਸੀ, ਕਹਿੰਦੀ ਏਦਾਂ ਨਹੀਂ ਮਰਨਾ ਜੀ ਤੁਹਾਡੇ ਕੋਲੋਂ। ਪਹਾੜ ਤੋਂ ਸੁੱਟਿਆ ਗਿਆ, ਨਹੀਂ ਮਰਿਆ, ਸੱਪਾਂ ਵਿੱਚ ਰੱਖਿਆ, ਨਹੀਂ ਮਰਿਆ, ਪਾਣੀ ਵਿੱਚ ਡੁੱਬਣਾ ਚਾਹਿਆ, ਨਹੀਂ ਮਰਿਆ। ਕਹਿੰਦੇ ਫੇਰ ਕਹਿੰਦੇ ਮੈਨੂੰ ਵਾਰ ਮਿਲਿਆ, ਮੈਂ ਵੀ ਭਗਤੀ ਕਰਕੇ ਵਾਰ ਪ੍ਰਾਪਤ ਕੀਤਾ ਹੈ। ਵਾਰ ਕਾਹਦਾ ਮਿਲਿਆ ਹੋਇਆ? ਅੱਗ ਵਿੱਚ ਬਹਿ ਜਾਵਾਂ, ਅੱਗ ਮੈਨੂੰ ਸਾੜ ਨਹੀਂ ਸਕਦੀ, ਇਹ ਵਾਰ ਮਿਲੀ, ਚਾਦਰ ਮਿਲੀ ਹੋਈ ਹੈ। ਹੁਣ ਸਾਧ ਸੰਗਤ ਕਹਿੰਦੇ ਚਿਖਾ ਬਣਾਓ। ਮੈਂ ਪ੍ਰਹਿਲਾਦ ਨੂੰ ਚਿਖਾ ਵਿੱਚ ਲਾ ਕੇ ਬੈਠਾਂਗੇ, ਮੈਂ ਸੜਨਾ ਨਹੀਂ, ਪ੍ਰਹਿਲਾਦ ਨਹੀਂ ਸੜ ਜਾਵੇ, ਮਰ ਜਾਵੇਗਾ ਆਪੇ। ਸਾਰੇ ਖੁਸ਼ ਹੋ ਗਏ। ਚਿਖਾ ਬਣਾਈ ਗਈ। ਇਹਦੀ ਭੂਆ ਹੋਲਕਾ ਨੇ ਪ੍ਰਹਿਲਾਦ ਬਾਦ 6 ਸਾਲ ਦੀ ਔਰਤ ਆਪਣੀ ਗੋਦ ਵਿੱਚ ਬਿਠਾ ਲਿਆ, ਉੱਪਰ ਵਾਰ ਲਈ ਹੋਈ ਚਾਦਰ ਲੈ ਗਈ, ਚਿਖਾ ਨੂੰ ਲਾਂਬੂ ਲਾ ਦਿੱਤੇ ਗਏ। ਸਾਧ ਸੰਗਤ ਕਹਿੰਦੇ ਉਸ ਸਮੇਂ ਫਿਰ ਭਾਂਬੜ ਮੱਚ ਗਈ, ਤੇਜ ਅਗਨੀ ਪ੍ਰਚੰਡ ਬਲ ਰਹੀ ਹੈ। ਸਾਰੇ ਲੋਕ ਕਹਿ ਰਹੇ ਹਨ ਪ੍ਰਹਿਲਾਦ ਮਰ ਜਾਏਗਾ, ਪ੍ਰਹਿਲਾਦ ਸੜ ਜਾਵੇਗਾ। ਜਿਹੜੇ ਪ੍ਰਹਿਲਾਦ ਦੇ ਸਰਜਣ ਕਹਿੰਦੇ ਪ੍ਰਹਿਲਾਦ ਦਾ ਰਾਖਾ ਪਰਮੇਸ਼ਰ ਹੈ, ਉਹ ਨਹੀਂ ਮਰੇਗਾ। ਕਈ ਕਹਿੰਦੇ ਹੋਲਕਾ ਹੈ, ਕਈ ਕਹਿੰਦੇ ਪ੍ਰਹਿਲਾਦ ਹੈ, ਕਈ ਕਹਿੰਦੇ ਹੋਲਕਾ ਹੈ। ਇਹ ਹੋਲੀ ਸ਼ਬਦ ਹੋਲਕਾ ਤੋਂ ਬਣਿਆ। ਉਸ ਸਮੇਂ ਹੋਲਕਾ ਹੋਲਕਾ ਕਹਿੰਦੇ ਸਨ, ਅੱਜ ਦੇ ਲੋਕ ਹੋਲੀ ਕਹਿ ਰਹੇ ਨੇ, ਹੋਲੀ ਹੈ ਹੋਲੀ। ਇਹ ਸਾਧ ਸੰਗਤ 10ਵੇਂ ਪਾਤਸ਼ਾਹ ਮਹਾਰਾਜ ਨੂੰ ਆ ਕੇ ਗੁਰੂ ਕੇ ਪਿਆਰੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਹੋਲੀ ਦੇ ਦਿਨ ਆਉਂਦੇ ਨੇ ਨਾ, ਤੇ ਸੱਚੇ ਪਾਤਸ਼ਾਹ ਫਿਰ ਹਿੰਦੂ ਧਰਮ ਦੇ ਲੋਕ ਸਾਡੇ ਤੇ ਰੰਗ ਜਦੋਂ ਸੁੱਟਦੇ ਨੇ, ਨਾਲ ਟਿੱਚਰ ਮਖੌਲਾਂ ਕਰਦੇ ਨੇ, ਮਹਾਰਾਜ ਜੀ ਚੰਗਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਤੁਸੀਂ ਵੀ ਕੋਈ ਇਹੋ ਜਿਹਾ ਤਿਉਹਾਰ ਬਣਾਓ ਨਾ,
ਤੇ ਮਹਾਰਾਜ ਕਹਿੰਦੇ ਫਿਰ ਜੇ ਇਹਨਾਂ ਦੀ ਹੋਲੀ ਹੈ ਤੇ ਸਿੱਖਾਂ ਦਾ ਹੋਲਾ ਹੋਵੇਗਾ, ਮਹੱਲਾ ਹੋਵੇਗਾ। ਮਹਾਰਾਜ ਕਹਿੰਦੇ ਸਿੱਖ ਆਪਣੇ ਕਰਤੱਵ ਦਿਖਾਉਣ, ਜ਼ੋਰ ਦਿਖਾਉਣ, ਆਪਣੇ ਗੁਣਾਂ ਦਾ ਮਖਿਆਨ ਕਰਨ ਵੀ ਕਿਤਨੇ ਗੁਣਾਂ, ਕਿਤਨਾ ਕੋਈ ਸ਼ਾਸਤਰ ਤੇਜ ਚਲਾ ਸਕਦਾ ਹੈ, ਕਿਤਨਾ ਕੋਈ ਤੀਰ ਤੇਜ ਛੱਡ ਸਕਦਾ ਹੈ, ਕਿਤਨੀ ਉਹਦੀ ਦੂਰੀ ਹੈ। ਕੋਈ ਆਪਣੀ ਕੁਰਬਾਨ ਦਾ ਜੋਹਰ ਦਿਖਾਵੇ, ਕੋਈ ਨਗਾਰੇ ਦਾ ਜੋਹਰ ਦਿਖਾਵੇ। ਇਹ ਸਾਧ ਸੰਗਤ ਮਹਾਰਾਜ ਨੇ ਉਸ ਸਮੇਂ ਫਿਰ ਹੋਲਾ ਮਹੱਲਾ ਰਚਿਆ। ਜਦੋਂ ਕੋਈ ਸਿੱਖ ਜਿੱਤ ਜਾਂਦਾ ਸੀ, ਬੜੇ ਭਾਰੀ ਇਨਾਮ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਿਵਾਜਦੇ ਸੀ, ਨਾਲੇ ਉਹਦੇ ਮਸਤਕ ਤੇ ਰੰਗ ਲਾਇਆ ਜਾਂਦਾ ਸੀ, ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸੇ ਕਰਕੇ ਸਾਧ ਸੰਗਤ ਪੜ੍ਹਿਆ ਜਾਂਦਾ ਹੈ ਨਾ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਖਾਲਸੇ ਦਾ ਬੋਲਾ ਹੈ। ਮਹਾਰਾਜ ਨੇ ਵਰ ਬਖਸ਼ੇ ਖਾਲਸੇ ਤੇ ਸਾਧ ਸੰਗਤ ਆ ਦੁਨੀਆ ਭਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਦੋਂ ਹੋਲਾ ਮਹੱਲਾ ਹੁੰਦਾ ਹੈ, ਗੁਰੂ ਕੇ ਪਿਆਰੇ ਸਿੱਖ ਦੀਦਾਰ ਕਰਦੇ ਹਨ, ਗੁਰੂ ਕੀ ਖਾਲਸੇ ਦੇ ਸਿੰਘਾਂ ਦੇ ਜੋਹਰ ਵੇਖਦੇ ਹਨ। ਹੋਲਾ ਮਹੱਲਾ ਮਨਾਇਆ ਜਾਂਦਾ ਬੜੇ ਚਾਵਾਂ ਨਾਲ। ਇਧਰ ਸਾਧ ਸੰਗਤ ਪ੍ਰਜਾ ਕਹਿ ਰਹੀ ਹੈ ਹੋਲਕਾ ਹੈ, ਹੋਲਕਾ ਹੈ। ਪ੍ਰਹਿਲਾਦ ਦੇ ਸਕੇ ਗਹਿਰੇ ਨੂੰ ਪ੍ਰਹਿਲਾਦ ਹੈ। ਇੱਕਦਮ ਪਰਮੇਸ਼ਰ ਦੀ ਐਸੀ ਸਾਸ ਉਸ ਸਮੇਂ ਵਾਹਿਗੁਰੂ ਅਕਾਲ ਪੁਰਖ ਦੀ ਐਸੀ ਵਿਆਹ ਬਣੀ, ਤੇਜ਼ ਹਨੇਰੀ ਆਈ, ਜਿਹੜੀ ਹੋਲਕਾ ਨੇ ਚਾਦਰ ਲਈ ਹੋਈ ਸੀ ਵਰ ਪ੍ਰਾਪਤ ਕਰਕੇ ਪ੍ਰਹਿਲਾਦ ਤੇ ਪੈ ਗਈ। ਹੋਲਕਾ ਸੜ ਕੇ ਸਵਾਹ ਹੋ ਗਈ, ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਖੋਜੀ ਸਤਨਾਮ ਸ੍ਰੀ ਵਾਹਿਗੁਰੂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਕੋਈ ਨਾਮ ਜਪਣ ਵਾਲਾ ਹੋਵੇ, ਸਿਮਰਨ ਕਰਨ ਵਾਲਾ ਹੋਵੇ ਤੇ ਸਹੀ, ਪਰਮੇਸ਼ਰ ਨੂੰ ਸਾਖਸ਼ਾਤ ਜਾਣਨ ਵਾਲਾ ਹੋਵੇ, ਅੰਤਰਜਾਮੀ ਪੁਰਖ ਵਿਧਾਤੇ ਕਹਿ ਦਿੰਦੇ ਆ। ਕਰਦਾ ਮਨ ਕੀ ਪੂਰੇ ਤੇ ਕਹਿ ਦਿੰਦੇ ਆ ਪਰਮੇਸ਼ਰ ਅੰਤਰਜਾਮੀ ਹੈ। ਤੇ ਜਾਣ ਵੀ ਲੈਣਾ ਚਾਹੀਦਾ ਵੀ ਪਰਮੇਸ਼ਰ ਅੰਤਰਜਾਮੀ ਹੈ, ਫਿਰ ਸਾਰਾ ਕੁਝ ਹੀ ਜਾਣਦਾ ਹੈ। ਕਾਹਤੇ ਮਾੜੇ ਪਾਪ ਕਰਦੇ ਆ, ਕਾਹਤੇ ਬੁਰਾਈਆਂ ਘਟਦੀਆਂ ਸੰਸਾਰ ਦੇ ਅੰਦਰ। ਜੇ ਪਰਮੇਸ਼ਰ ਅੰਤਰਜਾਮੀ ਹੈ, ਪ੍ਰਹਿਲਾਦ ਨੇ ਅੰਤਰਜਾਮੀ ਜਾਣਿਆ ਤੇ ਮਹਾਰਾਜ ਦੀ ਬਾਣੀ ਨੇ ਫੈਸਲਾ ਕਰ ਦਿੱਤਾ। Oh
ना भाई साधु पूरा जिन बनत बनाई राम नाम मौके दिया एका राख लिए थे ना सब व्याध मिटाए। रख लिया परमेश्वर ने प्रहलाद को बलदी अग विच साध संगत तत्ती बात अग नहीं लगन देती मारे किने जान को मुश्किलात बने ढोई कोई ना दे लागू है कि दुश्मना साथ भज कले सबुक जे आसरा चुके सब सराओ किताबे सुधार संगत लाभ सुरख हो गया थाम। भगत प्रहलाद बच्चा सी एक बच्चे दा हथ जे अग दे नेड़े जावे अग दा सेक लग जावे साध संगत बच्चे दी हाथ नूं पुछ के वेखिया जावे किहो जिहा सेक लगा। उते बड़ा नाजुक जिहा बालक सी पर परमेश्वर दे दृढ़ भरोसा तेरा राम रख लिया परमेश्वर के घर का राह हो जाए साडे नाल इदां क्यों होगी साडे नाल इदां होनी नहीं सी चाहिदी। माड़ा जिहा साध संगत परचा परमेश्वर पाउंदा उन्हां ते है जिहड़े साध संगत इस स्कूल विच पढ़दे ने। परचा पैंदा ही उन्हां ते है जिहड़े पढ़दे ही नहीं उन्हां थोड़ा परचा पैना ओहदे जिहो जिहे आए उहो जिहे चले गए। परचा पवेगा उन्हां ते जिहड़े स्कूल विच दाखिल हो चुके हैं। साध संगत ये रब की भगती का स्कूल है ते भगती द्वारा भगत प्रगट होंदे हन ते भगत जदों प्रगट होंदे कहंदी भगत नाम दे तू छपरी बड़ी सोहनी बनाई किहड़ा कारीगर है कहंदा जी परमेश्वर। कहंदी काहनूं मजाक करदा है दस कित्थे रहिंदा है कि ओहदा पता सानूं भी दे दे असीं भी बना लईए। कहंदे भगती करो तुहाडी भी बन जाएगी। किहो जिहियां गल्लां कमलियां गल्लां करदा है दसदा सी। कहंदे नहीं बेटी प्रेम मजदूरी मंग है। कहंदे वो जिहड़ा बेटी है ना कारीगर है जिहड़ा वो प्रेम की मजदूरी मंगदा है। वो पैसे माया नहीं लैंदा है वो प्रेम का भुखा है। मैं उन्हें प्रेम करदा हाँ प्यार करदा उसकी भगती करदा हाँ मेरी उन्हें छपरी बना के शन पा दी है। गवर्नमेंट चुप कर गई कहंदी कि नाम लिखना औखा प्रेम किहड़ा पावे रब नाल दिन रात किहड़ा जुड़िया रहे घर के काम ही करते हैं। पर महाराज कहते हैं उसी नाम की भगती की बाणी कहती हाथ पाओ सब काम कर चीत निरंजन नाल। कहते चित जिहड़ा है परमेश्वर नाल आके रखो हत्थां पैरां नाल काम करी जाओ मन ही जोड़ना है। साध संगत जदों प्रहलाद ने मन में परमेश्वर नूं चेते कीता वाहिगुरू निरंकार हे रवे हुए पारब्रह्म परमेश्वर परचा बड़ा औखा है। मन किते डोल ना जावे पढ़दे हुंदे आ फिर पढ़िए सारे
ਕਿਤੇ ਮਹਾਰਾਜ ਸਾਡੇ ਮਨਾਂ ਉੱਪਰ ਵੀ ਮਿਹਰ ਕਰਨਾ। ਹੱਥ ਸਿਰ ਤੇ ਰੱਖਿਓ ਜੀ ਕਿਤੇ ਮੈਂ ਡੋਲਣਾ ਕਹਿੰਦਾ ਹੈ ਅਰਨਾਸ ਕੀ ਸੋਚਦਾ ਹੈ ਹੁਣ ਤੈਨੂੰ ਰੱਬ ਨਹੀਂ ਚੇਤੇ ਆਉਂਦਾ ਹਾਂ ਤੇ ਬਾਜ ਆਪਣੀ ਵਿਰਦਤਾ ਥੰਮ ਹੋਇਆ ਦੇਰੀ ਕਿਉਂ ਲਾ ਰਿਹਾ ਹੈ ਕਹਿੰਦੇ ਨੇ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਨੂੰ ਭਗਵਾਨ ਬ੍ਰਹਮਾ ਰੂਪ ਅਕਾਲ ਪੁਰਖ ਨੂੰ ਵਿਸ਼ਨੂੰ ਭਗਵਾਨ ਨੂੰ ਚੇਤੇ ਕੀਤਾ ਹੈ ਭਗਵਾਨ ਮੈਂ ਤੱਤੇ ਥੰਮ ਨੂੰ ਜਪੀ ਪਾਉਣ ਲੱਗਿਆ ਆਪਣੇ ਭਗਤ ਦੀ ਆਪ ਯਾਦ ਰੱਖ ਲਿਓ ਕਹਿੰਦੇ ਜਦੋਂ ਤੱਤੇ ਥੰਮ ਵੱਲ ਨਿਗਾਹ ਭਰ ਕੇ ਨਾ ਭਗਤ ਪ੍ਰਹਿਲਾਦ ਨੇ ਵੇਖਿਆ ਤੇ ਸਾਧ ਸੰਗਤ ਉਸੇ ਸਮੇਂ ਵਿਚਾਰ ਆ ਗਈ ਜੇ ਲਾਲ ਸੁਰਖ ਥੰਮ ਇਸ ਕੀੜੀ ਦਾ ਕੁਝ ਨਹੀਂ ਵਿਗਾੜ ਸਕਦਾ ਤੇ ਵਿਗਾੜੇਗਾ ਮੇਰਾ ਵੀ ਕੁਝ ਨਹੀਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਤਾਂ ਵੀ ਸਪੀਡ ਫੜ ਗਈ ਦੌੜਿਆ ਭਗਤ ਪ੍ਰਹਿਲਾਦ ਤੱਤੇ ਥੰਮ ਵੱਲ ਵੇਖ ਕੇ ਸਾਰੇ ਨਾਮ ਸੀ ਵੀ ਡਰਿਆ ਨਹੀਂ ਮੇਰੇ ਕੋਲ ਜੋ ਪੈਸੇ ਕੋ ਮਿਟੇ ਸਾਰੇ ਭੈ ਹੀ ਖਤਮ ਸਨ ਰੱਬ ਨਾਲ ਜੁੜਿਆ ਹੋਇਆ ਸੀ ਪਰਮੇਸ਼ਰ ਸਾਖਸ਼ਾਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਚੀਟੀ ਤੇ ਗੁਜਰ ਕਹਿੰਦੇ ਕੀੜੀ ਦਾ ਰੂਪ ਕੀ ਹਾਥੀ ਦਾ ਰੂਪ ਕੀ ਉਹਦੇ ਵਿੱਚ ਵੀ ਬਲ ਪਰਮੇਸ਼ਰ ਦਾ ਹੈ ਇਹ ਸਾਧ ਸੰਗਤ ਵਾਹਿਗੁਰੂ ਦੀ ਕਿਰਪਾ ਇਸ ਲਈ ਤੱਤੇ ਥੰਮ ਨੂੰ ਜਾ ਕੇ ਭਗਤ ਪ੍ਰਹਿਲਾਦ ਨੇ ਜਦੋਂ ਜਪੀ ਪਾਈ ਥੰਮ ਠੰਡਾ ਠਾਰ ਹੋ ਗਿਆ ਮਹਾਤਮਾ ਪੜ੍ਹਦੇ ਹੁੰਦੇ ਸਨ
ਕੀੜੀ ਨਾ ਬਣ ਦੋ ਰਮਾ ਪ੍ਰਹਿਲਾਦ ਨੇ ਜੱਫੀ ਪਾਈ ਨਾ, ਥੰਮ ਠੰਡਾ ਠਾਰ ਹੋ ਗਿਆ। ਹਰਨਾਕਸ਼ ਨੇ ਵੇਖਿਆ ਵੀ ਥੰਮ ਕਿਦਾ ਕੁਝ ਵੀ ਵਿਗਾੜ ਨਹੀਂ ਸਕਿਆ, ਇਹਦੇ ਸਰੀਰ ਨੂੰ ਸਾੜਿਆ ਨੇ। ਉਸੇ ਸਮੇਂ ਇਤਨਾ ਕ੍ਰੋਧ ਨਾਲ ਭਰਿਆ, ਕ੍ਰੋਧ ਵਿੱਚ ਭਰੇ ਹੋਏ ਨੇ, ਆਪਣੀ ਬਿਆਨ ਵਿੱਚੋਂ ਤਲਵਾਰ ਕੱਢ ਲਈ। ਮੈਂ ਇਹਦਾ ਗਾੜੀ ਲਾ ਦਿੱਤਾ, ਮੈਂ ਮਾਰ ਹੀ ਦੇਣਾ ਇਹਨੂੰ। ਕਹਿੰਦੇ ਜਦੋਂ ਤਲਵਾਰ ਕੱਢੀ ਤੇ ਭਾਈ ਗੁਰਦਾਸ ਜੀ ਕਹਿੰਦੇ ਥੰਮ ਪਾੜ ਨਾਰ ਸਿੰਘ ਰੂਪ ਅਵਤਾਰ। ਕਹਿੰਦੇ ਥੰਮ ਫੜ ਗਿਆ ਇੱਕਦਮ, ਉਹਦੇ ਵਿੱਚੋਂ ਨਾਰ ਸਿੰਘ ਰੂਪ ਅਵਤਾਰ ਭਗਵਾਨ ਵਿਸ਼ਨੂੰ ਪ੍ਰਗਟ ਹੋਏ ਨੇ। ਨਾਰ ਸਿੰਘ ਰੂਪ ਐਸਾ ਸੀ, ਨਾ ਕਿਸੇ ਮਨੁੱਖ ਦਾ ਸੀ, ਤੇ ਸਾਧ ਸੰਗਤ ਇੱਕ ਵੱਖਰਾ ਸਰੂਪ, ਹੈਰਾਨੀ ਜਨ ਕਰਨ ਵਾਲਾ ਸਰੂਪ ਸੀ। ਅੱਧਾ ਧੜ ਮਨੁੱਖ ਦਾ, ਅੱਧਾ ਧੜ ਸ਼ੇਰ ਦਾ ਲੱਗਿਆ ਹੋਇਆ। ਸਾਧ ਸੰਗਤ ਭੁਜਾਵਾਂ ਬੜੀਆਂ ਲੰਬੀਆਂ, ਥੰਮ ਵੱਢਿਆ, ਨਾਰ ਸਿੰਘ ਰੂਪ ਅਵਤਾਰ ਹੋਏ। ਉਸੇ ਸਮੇਂ ਸਾਧ ਸੰਗਤ ਦੋਨਾਂ ਹੱਥਾਂ ਦੇ ਨਾਲ ਹਰਨਾਕਸ਼ ਨੂੰ ਚੁੱਕ ਲਿਆ, ਆਪਣੇ ਦੋਨਾਂ ਗੋਡਿਆਂ ਦੇ ਸਾਧ ਸੰਗਤ ਉੱਪਰ ਰੱਖ ਲਿਆ ਹੈ ਹਰਨਾਕਸ਼ ਨੂੰ। ਕਹਿਣ ਲੱਗੇ ਭਗਵਾਨ ਨਰ ਸਿੰਘ ਅਵਤਾਰ ਹਰਨਾਕਸ਼, ਤੇਰਾ ਅੰਤਮ ਸਮਾਂ ਆ ਗਿਆ ਹੈ, ਹੁਣ ਤੂੰ ਰਹਿਣਾ ਨਹੀਂ। ਜਿਹੜੇ ਤੈਨੂੰ ਵਾਰ ਮਿਲੇ ਹੋਏ ਨੇ, ਕਿਤੇ ਭੁਲੇਖਾ ਨਾ ਰਹਿ ਜਾਵੇ ਮੈਨੂੰ ਕੋਈ ਮਾਰ ਨਹੀਂ ਸਕੇਗਾ। ਆਪਣੇ ਵਾਰ ਯਾਦ ਕਰ। ਕਹਿਣ ਲੱਗਾ ਜੀ ਨਾ ਮੈਂ ਧਰਤੀ ਤੇ ਮਰਾਂ। ਕਹਿੰਦੇ ਧਰਤੀ ਤੇ ਹੈ ਨਹੀਂ, ਗੋਡਿਆਂ ਦੇ ਭਾਰ ਪਿਆ ਹੋਇਆ। ਕਹਿੰਦੇ ਨਾ ਆਕਾਸ਼ ਮਰਾਂ, ਕਹਿੰਦੇ ਆਕਾਸ਼ ਹੈ ਨਹੀਂ, ਅੱਧ ਵਿਚਕਾਰ ਹੈ। ਦੂਸਰਾ ਵਾਰ ਕੀ ਸੀ, ਕਹਿੰਦੇ ਨਾ ਮਨੁੱਖ ਮਾਰੇ, ਨਾ ਕਿਸੇ ਤੇਜ ਹਥਿਆਰ ਨਾਲ ਮਰਾਂ। ਕਹਿੰਦੇ ਮਨੁੱਖ ਦਾ ਰੂਪ ਨਹੀਂ ਹੈ, ਵੇਖ ਲੈ ਰੂਪ ਕਿਹੜਾ ਧਾਰਿਆ। ਤੇਜ ਹਥਿਆਰ ਕੋਲੇ ਕੋਈ ਨਹੀਂ ਹੈ, ਸ਼ਾਸਤਰ ਸਾਡੇ ਕੋਲੇ ਕੋਈ ਨਹੀਂ ਹੈ, ਮਾਰਨਾ ਤੈਨੂੰ ਹੈ। ਸਾਧ ਸੰਗਤ
ਕਹਿੰਦੇ ਤੀਸਰਾ ਵਾਰ ਮੰਗਿਆ ਸੀ, ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਤਾਂ ਦਿਨ ਹੈ ਤੇ ਕਾਲਾ ਪੈਂਦਾ, ਨਾ ਹੀ ਰਾਤ ਹੈ, ਸ਼ਾਮਾਂ ਦਾ ਵਕਤ ਹੈ। ਜਾਣ ਗਿਆ ਪਰਮੇਸ਼ਰ ਦੀ ਗੱਦੀ। ਸਾਧ ਸੰਗਤ ਉਸੇ ਸਮੇਂ ਫਿਰ ਕਹਿੰਦੇ ਹਨ, ਨਰਸਿੰਘ ਅਵਤਾਰ ਸਰੂਪ ਭਗਵਾਨ ਪਰਮੇਸ਼ਰ ਨੇ। ਸਾਧ ਸੰਗਤ ਪੜ੍ਹੀਏ ਧਾਰਨਾ ਸਮਝ ਆ ਜਾਏਗਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰੀ ਨੇ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੰਡ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਸੇਵਿਆ ਅੰਤ, ਇਹਨਾਂ ਨੇ ਵੀ ਐਸਾ ਪਰਮੇਸ਼ਰ ਸੇਵਿਆ ਭਾਵ ਦਾ ਸਿਮਰਨ ਕੀਤਾ। ਮਾਰੇ ਕਹਿੰਦੇ ਅੰਤ ਵੇਲੇ ਛਡਾ ਲਿਆ ਜੀ, ਜਦੋਂ ਬਿਪਤਾ ਪੈਂਦੀ। ਇਹ ਗੁਰੂ ਜੀ ਨੇ ਆਪਣੇ ਪਿਆਰਿਆਂ ਦੀ ਮਹਿਮਾ ਬਾਣੀ ਵਿੱਚ ਲਿਖੀ ਹੈ। ਸੋ ਸਾਧ ਸੰਗਤ ਪ੍ਰਹਿਲਾਦ ਦੀ ਜੈ ਜੈਕਾਰ ਹੋਈ। ਬਾਣੀ ਵਿੱਚ 6 ਸਾਲ ਦਾ ਪ੍ਰਹਿਲਾਦ ਜਿਹਦੀ ਮਹਿਮਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਰਸਨਾ ਤੁਰਦੀ ਜਾਂਦੀ ਹੈ। ਮਹਿਮਾ ਤਾਂ ਕਿ ਕਹੀ ਨਾ ਜਾਏ, ਜਿਨ੍ਹਾਂ ਦੀ ਮਹਿਮਾ ਅਪਰਪਾਰ ਹੈ, ਕਹੀ ਨਹੀਂ ਜਾ ਸਕਦੀ, ਵੇਦਾਂ ਤੋਂ ਪਰੇ ਹੈ। ਸੋ ਰਹੋ ਵਿਚਾਰ, ਇਹਨਾਂ ਨੇ ਵੀ ਪਰਮੇਸ਼ਰ ਦੇ ਨਾਮ ਦੀ ਭਗਤੀ ਕੀਤੀ ਹੈ। ਵਾਹਿਗੁਰੂ ਉਹਨਾਂ ਦੀ ਭੈ ਰੱਖਦੇ ਹਨ। ਭਾਵਨਾ ਸਿੱਧਕ ਭਰੋਸਾ ਲੋੜ ਹੈ ਸਾਧ ਸੰਗਤ ਸਾਡੀ ਭਾਵਨਾ ਗੁਰੂ ਕੇ ਚਰਨਾਂ ਵਿੱਚ ਅਰਦਾਸ ਦੇ ਰੂਪ ਵਿੱਚ ਟਿਕ ਰੱਖਦੇ ਹਨ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ। ਸਰਦਾਰ ਅਮਰਜੀਤ ਸਿੰਘ ਜੀ, ਸਨੋ ਸਰਦਾਰ ਈਸ਼ਰ ਸਿੰਘ ਜੀ ਅਥਵਾ ਸਮੂਹ ਪਰਿਵਾਰ ਨੇ ਕਿਸੇ ਸਮੇਂ ਮਹਾਰਾਜ ਦੇ ਚਰਨਾਂ ਵਿੱਚ ਜੋੜੀਆਂ ਕੀਤੀਆਂ। ਸ਼ਹੀਦਾਂ ਸਿੰਘਾਂ ਨੂੰ ਯਾਦ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਸੇਵਕਾਂ ਦੇ ਕਾਰਜ ਰਾਸ ਹੋਏ। ਪਰਿਵਾਰ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ। ਬਾਣੀ ਦੇ ਪ੍ਰਵਾਹ ਚੱਲੇ। ਉਪਰੰਤ ਆਪ ਸੰਤਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ। ਸੋ ਧੰਨਵਾਦ ਸੇਵਕ ਪਰਿਵਾਰ ਵੱਲੋਂ ਜਿਤਨੇ ਵੀ ਮਾਈ ਭਾਈ ਸਮੂਹੀ ਨਗਰ ਦੀਆਂ ਸੰਗਤਾਂ ਹਾਜ਼ਰੀ ਰੂਪ ਹੋ ਕਰਕੇ ਗੁਰੂ ਰਹਿ ਸਾਹਿਬ ਦੇ ਚਰਨਾਂ ਵਿੱਚੋਂ ਅਸੀਸਾਂ ਪ੍ਰਾਪਤ ਕਰ ਰਹੇ ਹੋ।
ਸੋ ਮਹਾਰਾਜ ਦੀ ਬਾਣੀ ਪੜ੍ਹੀਏ, ਸੁਣੀਏ ਪਰਮੇਸ਼ਰ ਦੇ ਨਾਮ ਨੂੰ, ਲੋਕ ਸੁਖੀਏ ਲੋਕ ਸੁਖੀਏ, ਨਾਨਕ ਹਰ ਪ੍ਰਭ ਆਪੇ ਮਿਲੇ। ਪੜ੍ਹੀਏ ਸ਼ਬਦ ਉਪਰੰਤ ਸਮਾਪਤੀ ਕਰੀਏ ਜੀ। ਸਾਰੇ ਪੜ੍ਹੀਏ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਝ ਪਾਇਆ। ਸਤਿਗੁਰੂ ਜੀ ਬਖਸ਼ਣਯੋਗ ਹਨ। ਆਨੰਦ ਸਾਹਿਬ ਦੇ ਪਾਠ ਅਰਦਾਸਾਂ ਬੇਨਤੀਆਂ ਹੁਕਮਨਾਮੇ ਪ੍ਰਾਪਤ ਸ਼ਾਦੀਆਂ ਦੀ ਗੁਰੂ ਕੇ ਲੰਗਰ ਛਕ ਕੇ ਸੰਗਤ ਨੇ ਜਾਣਾ ਜੀ। ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ